ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਅਗਸਤ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਅਕਲ। ਸੁਨਹਿਰੀ ਮਤਨ ਤਮੈਥੀਅਸ। ਕਿਉਂ ਜੇ ਰੱਬ ਨੇ ਸਾਨੂੰ ਡਰ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਹੈ। ਜਵਾਬੀ ਪੜ੍ਹਾਈ। ਯਸਾਇਆ। ਖੁਦਾਵੰਦ ਜਿਨ੍ਹੇ ਤੈਨੂੰ ਜੰਮਿਆ ਹੈ ਇੰਜ ਫਰਮਾਉਂਦਾ ਹੈ, ਭਈ ਡਰ ਨਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਹੈ। ਮੈਂ ਤੇਰਾ ਨਾਂ ਲੈ ਕੇ ਤੈਨੂੰ ਸੱਦਿਆ ਹੈ, ਤੂੰ ਮੇਰਾ ਹੈ। ਜਦੋਂ ਤੂੰ ਸਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦੋਂ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬੋਣਗੀਆਂ। ਜਦੋਂ ਤੂੰ ਅੱਗ ਉੱਤੇ ਟੁਰੇਂਗਾ ਤੇ ਤੈਨੂੰ ਸੇਕ ਨਾ ਲੱਗੇਗਾ, ਤੇ ਚੰਗਿਆੜਾ ਤੈਨੂੰ ਨਾ ਸਾੜੇਗਾ। ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ, ਇਸਰਾਈਲ ਦਾ ਕਦੂਸ, ਤੇਰਾ ਮੁਕਤੀ ਦੇਣ ਵਾਲਾ ਵਾਂ। ਕਿਉਂ ਜੇ ਤੂੰ ਮੇਰੀ ਨਜ਼ਰ ਵਿੱਚ ਕਿੰਨਾ ਕੀਮਤੀ ਤੇ ਮੁਕਰਮ ਠਹਿਰਿਆ ਹੈ, ਤੇ ਮੈਂ ਤੇਰੇ ਨਾਲ ਮੁਹੱਬਤ ਰੱਖੀ। ਡਰ ਨਾ, ਕਿਉਂ ਜੇ ਮੈਂ ਤੇਰੇ ਨਾਲ ਵਾਂ। ਹਰ ਇੱਕ ਨੂੰ ਜਿਹੜਾ ਮੇਰੇ ਨਾਂ ਤੋਂ ਅਖਵਾਉਂਦਾ ਹੈ, ਤੇ ਜਿਹਨੂੰ ਮੈਂ ਆਪਣੇ ਜਲਾਲ ਲਈ ਖਲਕ ਕੀਤਾ, ਜਿਹਨੂੰ ਮੈਂ ਜੰਮਿਆ, ਹਾਂ ਜਿਹਨੂੰ ਮੈਂ ਹੀ ਬਣਾਇਆ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਸਾਦਕ ਉੱਚੀ ਆਵਾਜ਼ ਨਾਲ ਆਖਣ ਲੱਗੇ, ਤੇ ਖੁਦਾਵੰਦ ਨੇ ਸੁਣਿਆ ਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖਾਂ ਤੋਂ ਛੁਡਾਇਆ। ਖੁਦਾਵੰਦ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ, ਤੇ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਯਰਮੀਆ। ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਫਰਮਾਉਂਦਾ ਹੈ, ਯਾਨੀ ਸਲਾਮਤੀ ਦੇ ਖਿਆਲ, ਬੁਰਿਆਈ ਦੇ ਨਹੀਂ, ਬਲਕਿ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂਗਾ। ਫਿਰ ਤੁਸੀਂ ਮੇਰਾ ਨਾਮ ਲਵੋਗੇ ਤੇ ਮੈਥੋਂ ਦੁਆ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ। ਤੇ ਤੁਸੀਂ ਮੈਨੂੰ ਲੱਭੋਗੇ ਤੇ ਪਾਓਗੇ, ਜਦੋਂ ਸਾਰੇ ਦਿਲ ਤੋਂ ਮੇਰੇ ਤਾਲਬ ਹੋਵੋਗੇ। ਕੁਰਿੰਥੀਓ। ਤੁਸੀਂ ਕਿਸੇ ਇੰਜ ਦੀ ਅਜ਼ਮਾਇਸ਼ ਵਿੱਚ ਨਹੀਂ ਪਏ ਜਿਹੜੀ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇ, ਤੇ ਰੱਬ ਸੱਚਾ ਹੈ, ਉਹ ਤੁਹਾਨੂੰ ਤੁਹਾਡੀ ਤਾਕਤ ਤੋਂ ਬਹੁਤਾ ਅਜ਼ਮਾਇਸ਼ ਵਿੱਚ ਨਹੀਂ ਪੈਣ ਦੇਵੇਗਾ, ਬਲਕਿ ਅਜ਼ਮਾਇਸ਼ ਦੇ ਨਾਲ ਨਿਕਲਣ ਦੀ ਰਾਹ ਵੀ ਪੈਦਾ ਕਰੇਗਾ, ਤਾਂ ਜੋ ਤੁਸੀਂ ਬਰਦਾਸ਼ਤ ਕਰ ਸਕੋ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ, ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ, ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ, ਉਹਨਾਂ ਨੂੰ, ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਲੂਕਾ। ਫਿਰ ਉਹ ਅਸੀਨੀਆ ਦੇ ਇਲਾਕੇ ਵਿੱਚ ਜਾ ਪੜੇ। ਜਦੋਂ ਉਹ ਕੰਢੇ ਉੱਤੇ ਲੱਥਿਆ ਤੇ ਉਸ ਸ਼ਹਿਰ ਦਾ ਇੱਕ ਬੰਦਾ ਉਹਨੂੰ ਮਿਲਿਆ ਜਿਹਦੇ ਵਿੱਚ ਬਦਰੂਆਂ ਸੀ, ਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ, ਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਿਸੂ ਨੂੰ ਵੇਖ ਕੇ ਚਲਾਇਆ ਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਵਿੱਚ ਆਖਣ ਲੱਗਿਆ, ਐ ਯਿਸੂ, ਖੁਦਾ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ? ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਸੁੱਟ। ਕਿਉਂ ਜੇ ਉਹ ਉਸ ਨਾਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਭਈ ਉਹਨੇ ਉਹਨੂੰ ਕਈ ਵਾਰੀ ਫੜਿਆ ਸੀ, ਤੇ ਕਈ ਵਾਰੀ ਲੋਕ ਉਹਨੂੰ ਜ਼ੰਜੀਰਾਂ ਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ। ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ, ਤੇ ਬਦਰੂ ਉਹਨੂੰ ਬੀਆਬਾਨਾਂ ਵਿੱਚ ਭਜਾਈ ਫਿਰਦੀ ਸੀ। ਯਿਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਹੈ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ। ਤੇ ਉਹ ਉਹਦੀ ਮਿੰਨਤ ਕਰਨ ਲੱਗੀਆਂ ਵੀ ਸਾਨੂੰ ਡੂੰਘੇ ਟੋਏ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਗੌਲ ਚਰਨ ਡਿਆ ਸੀ। ਉਹਨਾਂ ਨੇ ਉਹਦੀ ਮਿੰਨਤ ਕੀਤੀ ਭਈ ਸਾਨੂੰ ਉਹਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ, ਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਰਾਂ ਦੇ ਅੰਦਰ ਗਈਆਂ, ਤੇ ਗੌਲ ਕਰਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਤੇ ਡੁੱਬ ਮਰਿਆ। ਲੋਕ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ, ਤੇ ਯਿਸੂ ਦੇ ਕੋਲ ਆ ਕੇ ਉਸ ਬੰਦੇ ਨੂੰ ਜਿਹਦੇ ਵਿੱਚ ਬਦਰੂਆਂ ਨਿਕਲੀਆਂ ਸੀ ਕੱਪੜੇ ਪਾਏ
ਤੇ ਹੋਸ਼ ਵਿੱਚ ਯਿਸੂ ਦੇ ਪੈਰਾਂ ਦੇ ਕੋਲ ਬੈਠਿਆਂ ਵੇਖਿਆ ਤੇ ਡਰ ਗਏ। ਮੱਤੀ। ਤੇ ਜਦੋਂ ਉਹ ਜੱਥੇ ਦੇ ਕੋਲ ਅੱਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਹੈ ਖੁਦਾਵੰਦ, ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਉਠਾਉਂਦਾ ਏ, ਇਸ ਲਈ ਵੀ ਕਈ ਵਾਰੀ ਅੱਗ ਤੇ ਪਾਣੀ ਵਿੱਚ ਡਿੱਗ ਪੈਂਦਾ ਏ। ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ, ਪਰ ਉਹ ਉਹਨੂੰ ਚੰਗਾ ਨਾ ਕਰ ਸਕੇ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਇਹ ਬੇਇਤਕਾਦ ਤੇ ਕੱਜ ਰੋਹ ਪੀੜ੍ਹੀ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਨੂੰ ਬਰਦਾਸ਼ਤ ਕਰਾਂਗਾ, ਉਹਨੂੰ ਇੱਥੇ ਮੇਰੇ ਕੋਲ ਲਿਆਵੋ। ਯਿਸੂ ਨੇ ਉਹਨੂੰ ਝਿੜਕਿਆ ਤੇ ਬਦਰੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਅਲੈਦਗੀ ਵਿੱਚ ਆਖਿਆ, ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਹਨੇ ਉਹਨਾਂ ਨੂੰ ਆਖਿਆ, ਆਪਣੇ ਈਮਾਨ ਦੀ ਕਮੀ ਦੇ ਪਾਰੋਂ। ਤੇ ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਬਰਾਬਰ ਵੀ ਈਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਭਈ ਇੱਥੋਂ ਖਿਸਕ ਕੇ ਉੱਥੇ ਚਲਾ ਜਾ ਤੇ ਉਹ ਚਲਾ ਜਾਵੇਗਾ, ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਪਰ ਇਹ ਕਿਸਮ ਦੁਆ ਦੇ ਇਲਾਵਾ ਹੋਰ ਕਿਸੇ ਤਰ੍ਹਾਂ ਨਹੀਂ ਨਿਕਲ ਸਕਦੀ। ਯੂਹੰਨਾ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਹਕੀਕਤ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕਰੰਥੀਓ। ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਬਦਨ ਰੂਹ ਪਾਕ ਦਾ ਮਕਦਸ ਹੈ, ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਹੈ ਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਹੈ, ਤੇ ਤੁਸੀਂ ਆਪਣੇ ਨਹੀਂ, ਕਿਉਂ ਜੇ ਕੀਮਤ ਨਾਲ ਖਰੀਦੇ ਗਏ ਹੋ। ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਰੋਮੀਓ। ਇਸ ਲਈ ਇਹ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਵਾ ਕੇ ਤੁਹਾਡੇ ਅੱਗੇ ਮਿੰਨਤ ਕਰਦਾ ਵਾਂ ਭਈ ਆਪਣੇ ਬਦਨ ਇੰਜ ਦੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਵੋ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਤੋਂ ਪਤਾ ਕਰਦੇ ਰਹੋ। ਕਰੰਥੀਓ। ਇਸ ਲਈ ਜੇ ਕੋਈ ਮਸੀਹ ਵਿੱਚ ਹੈ ਤੇ ਉਹ ਨਵਾਂ ਮਖਲੂਕ ਹੈ, ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਿਆਣ ਆਪਣੀਆਂ ਸਾਰੀਆਂ ਇਸਲਾਮਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਆਪ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸੂਰਜ ਹੈ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਤੇ ਹਯਾਤੀ ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਹੈ। ਸਵਾਲ, ਇਨਸਾਨ ਕੀ ਹੈ? ਕਲਾਮ ਸਾਨੂੰ ਦੱਸਦਾ ਹੈ ਕਿ ਇਨਸਾਨ ਰੱਬ ਦੀ ਸੂਰਤ ਤੇ ਸ਼ਬੀਹ ਉੱਤੇ ਬਣਾਇਆ ਗਿਆ ਹੈ। ਉਹ ਰੱਬ ਦਾ ਇੱਕ ਮੁਰੱਕਬ ਖਿਆਲ ਹੈ ਜਿਹਦੇ ਵਿੱਚ ਸਾਰੇ ਦਰੁਸਤ ਖਿਆਲ ਸ਼ਾਮਲ ਨੇ। ਇੰਜ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ, ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਹੈ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ ਤੇ ਅਕਾਸੀ ਕਰਦਾ ਹੈ ਜਿਹੜੇ ਉਹਦੇ ਬਣਾਉਣ ਵਾਲੇ ਨਾਲ ਤਾਲੁਕ ਰੱਖਦੇ ਨੇ। ਸਾਇੰਸ ਵਾਜ਼ਿਆ ਕਰਦੀ ਹੈ ਕਿ ਇਨਸਾਨ ਸਿਆਣ ਦੇ ਮਤਹਿਤ ਹੈ। ਸ਼ਾਉਰ ਇਹਦੇ ਨਾਲ ਨਾਲ ਅਮਲ ਵੀ ਸਿਆਣ ਦੀ ਹੁਕਮਰਾਨੀ ਵਿੱਚ ਹੈ, ਰੱਬ ਵਿੱਚ ਹੈ, ਜਿਹੜਾ ਉਹਨਾਂ ਸਾਰਿਆਂ ਦਾ ਸ਼ੁਰੂ ਤੇ ਹੁਕਮਰਾਨ ਹੈ ਜਿਹਨੂੰ ਸਾਇੰਸ ਜ਼ਾਹਿਰ ਕਰਦੀ ਹੈ। ਗੈਰ ਅਸਲੀ ਸਾਇੰਸ ਦੇ ਇਲਾਵਾ ਮਾਦੀ ਫਹਿਮ ਦੀ ਆਪਣੀ ਸਲਤਨਤ ਹੈ। ਹਮ ਆਹੰਗ ਅਮਲ ਰੂਹ ਯਾਨੀ ਰੱਬ ਵੱਲੋਂ ਅੱਗੇ ਵੱਧਦੇ ਨੇ। ਗੈਰ ਹਮ ਆਹੰਗੀ ਵਿੱਚ ਕੋਈ ਅਸੂਲ ਨਹੀਂ, ਇਹਦਾ ਅਮਲ ਗਲਤ ਹੈ ਤੇ ਇਹ ਇਨਸਾਨ ਲਈ ਮਾਦੇ ਵਿੱਚ ਰਹਿਣ ਦਾ ਵਹਿਮ ਹੈ।
ਗੈਰ ਹਮਾਹੰਗੀ ਮਾਦੇ ਨੂੰ ਜ਼ਹਾਨਤ ਜਾਂ ਰੂਹ ਦੇ ਪਾਰੋਂ ਤੇ ਇਹਦੇ ਨਾਲ ਅਸਰ ਬਣਾਉਂਦੀ ਏ। ਇੰਜ ਇਹ ਸਿਆਣ ਨੂੰ ਰੱਬ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਦੀ ਏ। ਨਾਮ ਨਿਹਾਦ ਫਾਨੀ ਸਿਆਣ ਦਾ ਅਮਲ ਹਸਤੀ ਦੀ ਹਮਹੰਗੀ ਨੂੰ ਬਾਹਰ ਕੱਢਣ ਲਈ ਇਲਾਹੀ ਸਿਆਣ ਦੇ ਪਾਰੋਂ ਬਰਬਾਦ ਹੋਣਾ ਚਾਹੀਦਾ ਹੈ। ਯਿਸੂ ਨੇ ਕਦੀ ਕਿਸੇ ਬਿਮਾਰੀ ਦੇ ਬਾਰੇ ਖਤਰਨਾਕ ਦੇ ਤੌਰ ਤੇ ਜਾਂ ਸ਼ਿਫਾ ਦੇਣ ਵਿੱਚ ਔਖੀ ਕਰਾਰ ਨਹੀਂ ਦਿੱਤਾ। ਜਦੋਂ ਉਹਦੇ ਤਾਲਬੇ ਇਲਮ ਉਹਦੇ ਕੋਲ ਇੱਕ ਮਾਮਲਾ ਲੈ ਕੇ ਆਏ ਜਿਹਨੂੰ ਸ਼ਿਫਾ ਦੇਣ ਵਿੱਚ ਉਹ ਨਾਕਾਮ ਰਹੇ ਸੀ, ਤੇ ਉਹਨੇ ਉਹਨਾਂ ਨੂੰ ਆਖਿਆ, ਇਹ ਬੇਇਤਕਾਦ ਪੀੜ੍ਹੀ ਇਸ ਗੱਲ ਦੀ ਤਕਲੀਦ ਕਰਦਿਆਂ ਹੋਇਆਂ ਭਈ ਸ਼ਿਫਾ ਦੇਣ ਦੀ ਮਤਲੂਬਾ ਤਾਕਤ ਸਿਆਣ ਵਿੱਚ ਸੀ। ਉਹਨੇ ਕਿਸੇ ਦਵਾ ਦਾ ਨੁਸਖਾ ਤਜਵੀਜ਼ ਨਹੀਂ ਕੀਤਾ, ਮਾਦੀ ਕਾਨੂੰਨਾਂ ਦੀ ਫਰਮਾਬਰਦਾਰੀ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ, ਬਲਕਿ ਇਹਨਾਂ ਦੀ ਬਰਾਹ ਰਾਸਤ ਨਾਫਰਮਾਨੀ ਵਿੱਚ ਕੰਮ ਕੀਤੇ। ਇਹ ਗੱਲ ਇੰਦਰਾਜ ਵਿੱਚ ਹੈ ਵੀ ਇੱਕ ਵਾਰੀ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਹੈ। ਸ਼ੈਤਾਨ ਜਾਂ ਬਦਰੂ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਿਸੂ ਨੇ ਉਸ ਬਦਰੂਰ ਨੂੰ ਬਾਹਰ ਕੱਢਿਆ ਤੇ ਪਾਗਲ ਬੰਦਾ ਬਦਲ ਗਿਆ ਤੇ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਿਆਂ ਹੋਏ ਵਿਖਾਲੀ ਦਿੰਦਾ ਹੈ ਭਈ ਯਿਸੂ ਸ਼ੈਤਾਨ ਨੂੰ ਆਪ ਜ਼ਾਹਰ ਹੋਵਨ ਤੇ ਫਿਰ ਬਰਬਾਦ ਹੋਵਨ ਦੀ ਵਜ੍ਹਾ ਬਣਿਆ। ਪਾਗਲਪਨ ਦਾ ਇਲਾਜ ਖਾਸ ਤੌਰ ਤੇ ਬਹੁਤ ਦਿਲਚਸਪ ਹੈ। ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਏ ਇਹ ਦੂਜੀਆਂ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸੱਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਹੈ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਹੈ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਹੈ ਉਹ ਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ, ਯਾਨੀ ਉਹ ਅਨਹੋਨੀ ਜਿਹਨੂੰ ਮਾਦੀ ਜ਼ੇਨ ਕਾਬੂ ਕਰ ਸਕਦਾ ਹੈ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਹੈ। ਇਹ ਦੁੱਖ ਸਹਿ ਸਕਦਾ ਹੈ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਹੈ। ਇਹਦੇ ਨਾਲ ਇਹ ਅਸਲੀਅਤ ਭਈ ਸੱਚਾਈ ਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ। ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨੁਮਾਈ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਹੈ। ਸਿਆਣ ਹੀ ਸਾਰਿਆਂ ਤੋਂ ਵੱਡੀ ਖਾਲਕ ਹੈ ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਕਮਤਰ ਜਾਂ ਗੈਰ ਰੂਹਾਨੀ ਸ਼ਫਾਈਆ ਤਰੀਕਾਕਾਰ ਸਿਆਣ ਤੇ ਦਵਾਈ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਇਹ ਦੋਵੇਂ ਸਾਇੰਸੀ ਤੌਰ ਤੇ ਇਕੱਠੀਆਂ ਨਹੀਂ ਹੋਣਗੀਆਂ। ਅਸੀਂ ਇਹਨਾਂ ਦੋਵਾਂ ਨਾਲ ਇੰਜ ਕਿਉਂ ਕਰਨਾ ਚਾਹਾਂਗੇ ਜਦ ਕਿ ਇਹਨਾਂ ਵਿੱਚੋਂ ਕੋਈ ਚੰਗਿਆਈ ਨਹੀਂ ਨਿਕਲੇਗੀ। ਜੇ ਸਿਆਣ ਸਾਰਿਆਂ ਤੋਂ ਪਹਿਲਾਂ ਤੇ ਬਰਤਰ ਹੈ ਤੇ ਆਓ ਅਸੀਂ ਸਿਆਣ ਉੱਤੇ ਇਨਸਾਰ ਕਰਦੇ ਹਾਂ ਜਿਹਨੂੰ ਹੇਠਲੀਆਂ ਤਾਕਤਾਂ ਦੇ ਨਾਲ ਕੰਮ ਕਰਨ ਦੀ ਲੋੜ ਬਿਲਕੁਲ ਨਹੀਂ ਹੈ। ਇਹ ਮਫਰੂਜ਼ਾ ਭਈ ਅਸੀਂ ਪਾਗਲਪਨ ਨੂੰ ਕਬਜ਼ ਕੁਸ਼ਾ ਤੇ ਖ਼ਾਬਾਵਰ ਦਵਾਈਆਂ ਨਾਲ ਠੀਕ ਕਰ ਸਕਦੇ ਹਾਂ, ਇਹ ਆਪ ਹੀ ਪਾਗਲਪਨ ਦੀ ਇੱਕ ਹਲਕੀ ਜਿਹੀ ਕਿਸਮ ਹੈ। ਕੀ ਦਵਾਈਆਂ ਆਪਣੇ ਆਪ ਜ਼ੇਨ ਦੇ ਮੁਤਾਬਕ ਘੁਲ ਕੇ ਨਾਮ ਨਿਹਾਦ ਖਰਾਬ ਹੋਣ ਵਾਲੇ ਹਿੱਸੇ ਦੀ ਸੋਜ ਨੂੰ ਮੁਕਾ ਸਕਦੀਆਂ ਨੇ, ਇੰਜ ਮਾਦੇ ਦੇ ਪਾਰੋਂ ਫਾਨੀ ਸਿਆਣ ਤਿਕਰ ਆਪੜਦਿਆਂ ਹੋਏ? ਦਵਾਈਆਂ ਮੁਰਦਿਆਂ ਉੱਤੇ ਅਸਰ ਨਹੀਂ ਕਰਦੀਆਂ ਤੇ ਸੱਚਾਈ ਖੂਨ ਦੇ ਪਾਰੋਂ ਦਵਾਈਆਂ ਨੂੰ ਤਕਸੀਮ ਨਹੀਂ ਕਰਦੀ, ਤੇ ਇੱਥੋਂ ਜ਼ਹਾਨਤ ਤੇ ਜਜ਼ਬਿਆਂ ਉੱਤੇ ਮਤਲੂਬਾ ਅਸਰ ਅਖਜ਼ ਨਹੀਂ ਹੁੰਦਾ। ਗਿੱਟੇ ਦੇ ਜੋੜ ਦੀ ਹੱਡੀ ਦਾ ਟੁੱਟਣਾ ਓਨਾ ਹੀ ਪਾਗਲਪਨ ਪੈਦਾ ਕਰੇਗਾ ਜਿੰਨਾ ਦਿਮਾਗ ਦੇ ਜਕੜਨ ਤੋਂ ਹੋਵੇਗਾ। ਇੰਜ ਇਸ ਲਈ ਨਹੀਂ ਭਈ ਫਾਨੀ ਸਿਆਣ ਸੋਚਦੀ ਏ ਭਈ ਗਿੱਟੇ ਦਾ ਜੋੜ ਦਿਮਾਗ ਦੇ ਨਾਲ ਇਹਦੇ ਤੋਂ ਘੱਟ ਕੁਰਬਤ ਰੱਖਦਾ ਏ ਜਿੰਨੀ ਭਈ ਸੋਚ ਰੱਖਦੀ ਏ। ਇਸ ਅਕੀਦੇ ਨੂੰ ਉਲਟ ਕਰੀਏ ਤੇ ਨਤੀਜੇ ਕਾਬਲੇ ਫਹਿਮ ਤੌਰ ਤੇ ਵੱਖਰੇ ਹੋਣਗੇ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਕਰਾਰ ਦਿੰਦੀ ਏ, ਬਲਕਿ ਇਹ ਵੀ ਵਾਜ਼ਿਹ ਕਰਦੀ ਏ ਵੀ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਿਫਾ ਪਾਉਂਦੀਆਂ ਨੇ। ਇਸ ਸਿਆਣ ਦੇ ਇਲਾਵਾ ਹੋਰ ਕਿਸੇ ਸ਼ੈ ਤੋਂ ਸ਼ਿਫਾ ਨਹੀਂ ਹੁੰਦੀ, ਭਾਵੇਂ ਅਸੀਂ ਕਿੰਨਾ ਹੀ ਕਿਸੇ ਦਵਾ ਜਾਂ ਇਸ ਹਵਾਲੇ ਨਾਲ ਕਿਸੇ ਜ਼ਰੀਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਈਮਾਨ ਰਹਿਨੁਮਾਈ ਦਿੰਦਾ ਹੈ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਲੀ ਦਿੰਦਾ ਹੈ, ਇਹ ਫਾਨੀ ਸਿਆਣੀ ਹੈ ਜਿਹੜੀ ਉਹਦੇ ਲਈ ਲਿਆਉਂਦੀ ਹੈ, ਨਾ ਭਈ ਮਾਦਾ ਲਿਆਉਂਦਾ ਹੈ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ੈ ਤੋਂ ਸ਼ਿਫਾ ਨਹੀਂ ਪਾਉਂਦੇ, ਸਿਰਫ ਸੱਚਾਈ, ਹਯਾਤੀ ਤੇ ਮੁਹੱਬਤ ਦੇ ਕੰਮ ਹਮਹੰਗੀ ਲਿਆ ਸਕਦੇ ਨੇ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਹੈ ਭਈ ਸਿਆਣ ਇਹ ਕਰ ਸਕਦੀ ਹੈ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਹੈ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਹੈ ਤੇ ਇਹਨੂੰ ਹਰ ਜ਼ਰਰੇ ਤਿਕਰ ਬਣਾ ਸਕਦੀ ਹੈ।
ਸੱਚਾਈ ਇੱਕ ਨਵਾਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਸਾਰੀਆਂ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਮੰਨਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਏ। ਕ੍ਰਿਸਚਨ ਸਾਇੰਸ ਦੀਆਂ ਅਸਲੀਅਤਾਂ ਨੂੰ ਬਰਕਰਾਰ ਰੱਖੋ। ਰੂਹ ਰੱਬ ਏ ਤੇ ਇਸ ਲਈ ਬਿਮਾਰ ਨਹੀਂ ਹੋ ਸਕਦੀ, ਯਾਨੀ ਜਿਹਦੀ ਇਸਤਲਾਹ ਮਾਦਾ ਏ ਉਹ ਬਿਮਾਰ ਨਹੀਂ ਹੋ ਸਕਦਾ। ਭਈ ਇਹਦੀ ਸਾਰੀ ਵਜ੍ਹਾ ਰੂਹਾਨੀ ਕਾਨੂੰਨ ਦੇ ਪਾਰੋਂ ਅਮਲ ਕਰਦਿਆਂ ਹੋਏ ਸਿਆਣ ਏ ਤੇ ਆਪ ਆਪਣੀ ਧਰਤੀ ਨੂੰ ਸੱਚਾਈ ਤੇ ਮੁਹੱਬਤ ਦੀ ਗੈਰ ਮੁਤਜ਼ਲਜ਼ਲ ਸਮਝ ਦੇ ਨਾਲ ਫੜ ਕੇ ਰੱਖੋ ਤੇ ਤੁਸੀਂ ਫਤਹਿਮੰਦ ਹੋਵੋਗੇ। ਜਦੋਂ ਤੁਸੀਂ ਆਪਣੀ ਦਰਖਾਸਤ ਦੇ ਖਿਲਾਫ ਗਵਾਹੀ ਨੂੰ ਚੁੱਪ ਕਰਾਉਂਦੇ ਹੋ ਤੇ ਤੁਸੀਂ ਗਵਾਹੀ ਨੂੰ ਬਰਬਾਦ ਕਰ ਦਿੰਦੇ ਹੋ, ਕਿਉਂ ਜੇ ਬਿਮਾਰੀ ਗਾਇਬ ਹੋ ਜਾਂਦੀ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਹੁਣ ਮੈਂ ਮੇਰੀ ਬੇਕਰ ਈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।